ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ। ਨਜ਼ਰ ਮਾਰਦੇ ਹਾਂ ਇਹਨਾਂ ਖਬਰਾਂ ਉੱਪਰ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਗਨ ਵਾਇਲੈਂਸ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਗਨ ਵਾਇਲੈਂਸ ਦੇ ਪੀੜਤਾਂ ਨੂੰ ਅੱਜ ਯਾਦ ਕੀਤਾ ਗਿਆ, ਜਿੱਥੇ ਸਾਲਾਨਾ ਸਮਾਗਮ ਉਹਨਾਂ ਵਾਸਤੇ ਹੋਇਆ ਤੇ ਰਾਸ਼ਟਰਪਤੀ ਜੋ ਬਾਈਡਨ ਵੀ ਇਸ ਮੁੱਦੇ ਉੱਪਰ ਬੋਲੇ ਨੇ। ਗਨ ਵਾਇਲੈਂਸ ਦਾ ਸ਼ਿਕਾਰ ਹੋਣ ਵਾਲਿਆਂ ਲਈ ਰਾਸ਼ਟਰਪਤੀ ਬਾਈਡਨ ਨੇ ਆਪਣੇ ਵਿਚਾਰ ਸਾਂਝੇ ਕੀਤੇ। ਗਨ ਵਾਇਲੈਂਸ ਨਾਲ ਜੁੜੇ ਹੋਏ ਸਾਰੇ ਪੀੜਤਾਂ ਵਾਸਤੇ ਸਾਲਾਨਾ ਨੈਸ਼ਨਲ ਵਿਜਲ ਕਰਵਾਇਆ ਗਿਆ, ਜਿਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਵੱਲੋਂ ਗਨ ਵਾਇਲੈਂਸ ਦਾ ਜ਼ਿਕਰ ਕੀਤਾ ਗਿਆ ਤੇ ਇਸ ਦੇ ਪ੍ਰਭਾਵਾਂ ਬਾਰੇ ਵੀ ਬੋਲਦੇ ਹੋਏ ਬਾਈਡਨ ਦਿਖਾਈ ਦਿੱਤੇ। ਹੁਣ ਇਸ ਬਾਰੇ ਉਹਨਾਂ ਦਾ ਹੋਰ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। More importantly, thank you for your courage. Folks, events like this are hard. They're hard for all of you because it brings back the very moment that everything happened, no matter how many years pass, no matter how many years go by. And it brings it back, but your voices matter. Your voices matter a great deal. Rector Morgan, thank you for welcoming us to St. Mark's to remember, to heal, and to fulfill a purpose. 10 years ago, this nation's vigil was created here in Washington to pray for the souls of Sandy Hook and their families. Ever since that time, this church has been opened its doors to more victims and more families of a violence that rips at the very soul of this nation. To all of you here tonight, it's under different circumstances, but I know a little bit what the loss feels like. It'll be an anniversary on the 18th of this month. I lost my wife and daughter and nearly lost my two sons when a tractor trailer broadsided them. And it's not long after that, an anniversary of losing my son. I know that feeling. Everyone's different, but I know that feeling. You know, it's like a black hole in the middle of your chest you're being dragged into, and you never know if there's ever a way out. And what I admire so much about all of you. ਕੋਵਿਡ-19 ਵੈਕਸੀਨ ਤੇ ਹੋਰ ਜਿਹੜੇ ਫਲੂ ਦੇ ਮਾਮਲੇ ਨੇ ਉਹ ਲਗਾਤਾਰ ਵੱਧ ਰਹੇ ਹਨ, ਜਿਸ ਦਾ ਬੋਝ ਹਸਪਤਾਲਾਂ ਦੇ ਉੱਪਰ ਪੈਂਦਾ ਹੋਇਆ ਦਿਖਾਈ ਦੇ ਰਿਹਾ। ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਤੇ ਇੰਤਜ਼ਾਰ ਦਾ ਸਮਾਂ ਵੀ ਲੰਬਾ ਹੋ ਰਿਹਾ ਹੈ। ਹਸਪਤਾਲਾਂ ਦੇ ਉੱਪਰ ਜੋ ਇਸ ਸਮੇਂ ਇਹ ਸੰਕਟ ਦੇਖਣ ਨੂੰ ਆ ਰਿਹਾ, ਉਸ ਤੋਂ ਬਾਅਦ ਐਕਸਪਰਟ ਵੀ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ। ਇਸ ਸਮੇਂ ਕੀ ਸਥਿਤੀ ਬਣੀ ਹੋਈ ਹੈ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਫਲੂ, RSV ਅਤੇ ਕੋਵਿਡ-19 ਬਣਿਆ ਟ੍ਰਿਪਲ ਡੈਮਿਕ। ਹਸਪਤਾਲਾਂ ਵਿੱਚ ਤਣਾਅ, ਕੇਸਾਂ ਵਿੱਚ ਹੋ ਰਿਹਾ ਵਾਧਾ। ਮਾਸ ਜਨਰਲ ਹਸਪਤਾਲ ਫॉर ਚਿਲਡਰਨ ਵਿਖੇ ICU ਪੂਰਾ ਭਰਿਆ ਹੋਇਆ। ਉੱਥੇ ਜ਼ਿਆਦਾਤਰ ਮਰੀਜ਼ ਆਕਸੀਜਨ ਜਾਂ ਫਿਰ ਵੈਂਟੀਲੇਟਰ ਉੱਤੇ ਨੇ। ਬੋਸਟਨ ਦੇ ਹਸਪਤਾਲ ਵਿੱਚ ਇਨਪੇਸ਼ੈਂਟ ਪੀਡੀਆਟ੍ਰਿਕਸ ਦੀ ਨਰਸਿੰਗ ਡਾਇਰੈਕਟਰ ਡਾਕਟਰ ਲੋਰਾ ਪੁਕਸਨੇ ਨੇ ਕਿਹਾ ਕਿ ਇਸ ਸਾਲ ਦੇਸ਼ ਭਰ ਵਿੱਚ ਇੱਕ ਮੁਸ਼ਕਿਲ ਸਿਚੁਏਸ਼ਨ ਆ ਚੁੱਕੀ ਹੈ, ਕਿਉਂਕਿ ਬਿਮਾਰੀਆਂ ਦਾ ਇੱਕ ਟ੍ਰਾਈਫੈਕਟਾ ਯਾਨੀ 3 ਬਿਮਾਰੀਆਂ ਸਿਹਤ ਸੰਭਾਲ ਪ੍ਰਣਾਲੀ ਅਤੇ ਇਸ ਦੇ ਮਰੀਜ਼ਾਂ ਦੇ ਲਈ ਮੁਸ਼ਕਲਾਂ ਲੈ ਕੇ ਆਈ ਹੈ। ਦੇਸ਼ ਭਰ ਵਿੱਚ RSV ਜਾਂ ਸਾਹ ਸੰਬੰਧੀ ਵਾਇਰਲ ਦੇ ਮਾਮਲੇ ਫਲੂ ਅਤੇ ਕੋਵਿਡ-19 ਲਾਗਾਂ ਦੇ ਨਾਲ ਵੱਧ ਰਹੇ ਨੇ। RSV ਸਿਖਰ ਉੱਤੇ ਹੈ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਸਭ ਤੋਂ ਭੈੜਾ ਫਲੂ ਸੀਜ਼ਨ ਚੱਲ ਰਿਹਾ, ਕਿਉਂਕਿ ਕੋਵਿਡ-19 ਦੇ ਕੇਸ ਦੁਬਾਰਾ ਵੱਧ ਰਹੇ ਨੇ। ਕੈਲੀਫੋਰਨੀਆ ਫੈਮਿਲੀ ਮੈਡੀਸਿਨ ਡਾਕਟਰ ਡਗਲਸ ਚਿਰਬੋਗਾ ਨੇ ਕਿਹਾ ਕਿ ਹਸਪਤਾਲ ਕੇਸਾਂ ਨਾਲ ਭਰੇ ਹੋਏ ਨੇ। ਕੋਵਿਡ-19 ਦੇ ਕੇਸ ਪਿਛਲੇ ਹਫ਼ਤੇ ਹੀ 75% ਵੱਧ ਗਏ ਨੇ। ਚਿਰਬੋਗਾ ਨੇ ਕਿਹਾ ਕਿ ਇਸ ਦੇ ਪ੍ਰਭਾਵ ਸਪਸ਼ਟ ਨੇ। ਉਹਨਾਂ ਕਿਹਾ ਕਿ ਮੈਂ ਹਰ ਰੋਜ਼ ਸੋਚਦਾ ਹਾਂ ਕਿ ਅੱਜ ਨਹੀਂ ਤੇ ਕੱਲ ਇੱਕ ਵਾਰ ਫਿਰ ਮਾਸਕ ਜ਼ਰੂਰੀ ਕਰ ਦਿੱਤਾ ਜਾਵੇਗਾ, ਕਿਉਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਫੈਲਣ ਵਾਲੀਆਂ ਤਿੰਨੋਂ ਪ੍ਰਚਲਿਤ ਵਾਇਰਲ ਲਾਗਾਂ ਨੂੰ ਮਾਸਕ ਪਾਉਣ ਦੇ ਨਾਲ ਹੌਲੀ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਹੁਣ ਫਲੂ ਸ਼ਾਟ ਅਤੇ ਕੋਵਿਡ-19 ਬੂਸਟਰ ਲੈਣ ਦਾ ਸਮਾਂ ਆ ਚੁੱਕਿਆ ਹੈ। ਦੱਸ ਦਈਏ ਕਿ ਹੁਣ ਤੱਕ 13% ਤੋਂ ਘੱਟ ਅਮਰੀਕੀਆਂ ਨੇ ਆਪਣੇ ਅਪਡੇਟ ਕੀਤੇ ਕੋਵਿਡ-19 ਬੂਸਟਰ ਡੋਜ਼ ਪ੍ਰਾਪਤ ਕੀਤੇ ਨੇ। ਚਿਰਬੋਗਾ ਦੇ ਅਨੁਸਾਰ ਇਹ ਇੱਕ ਬੁਰਾ ਸਮਾਂ ਹੈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਸੰਦੇਸ਼ ਹਜੇ ਵੀ ਨਹੀਂ ਮਿਲ ਪਾ ਰਿਹਾ। ਅਮਰੀਕਾ ਵਿੱਚ ਇੱਕ ਨਵਾਂ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ, ਜਿੱਥੇ ਸਦਨ ਵਿੱਚ ਸਮਲਿੰਗੀ ਵਿਆਹ ਨੂੰ ਲੈ ਕੇ VOTING ਕਰਵਾਈ ਗਈ।
ਇਸ VOTING ਦੇ ਵਿੱਚ ਜ਼ਿਆਦਾਤਰ ਵੋਟਾਂ ਹੱਕ ਦੇ ਵਿੱਚ ਪਈਆਂ, ਜਿਸ ਤੋਂ ਬਾਅਦ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਹੁਣ ਅਮਰੀਕਾ ਵਿੱਚ ਇਹ ਨਵਾਂ ਕਾਨੂੰਨ ਲਾਗੂ ਹੋ ਜਾਵੇਗਾ। ਅਮਰੀਕਾ 'ਚ ਲਾਗੂ ਹੋਵੇਗਾ ਨਵਾਂ ਕਾਨੂੰਨ, ਸਮਲਿੰਗੀ ਵਿਆਹ ਸੰਬੰਧੀ ਬਿੱਲ ਹੋਇਆ ਪਾਸ। ਅਮਰੀਕਾ 'ਚ ਸਦਨ ਨੇ ਵੀਰਵਾਰ ਨੂੰ ਸਮਲਿੰਗੀ ਅਤੇ ਅੰਤਰਜਾਤੀ ਵਿਆਹ ਦੀ ਰੱਖਿਆ ਲਈ ਕਾਨੂੰਨ ਪਾਸ ਕਰਨ ਦੇ ਲਈ ਵੋਟ ਦਿੱਤੀ ਹੈ, ਜਦੋਂ ਕਿ ਬਿੱਲ ਇੱਕ ਰਾਸ਼ਟਰੀ ਲੋੜ ਨਿਰਧਾਰਿਤ ਤੈਅ ਨਹੀਂ ਕਰੇਗਾ ਕਿ ਸਾਰੇ ਰਾਜਾਂ ਨੂੰ ਸਮਲਿੰਗੀ ਵਿਆਹ ਨੂੰ ਕਾਨੂੰਨੀ ਤੌਰ ਤੇ ਕਾਨੂੰਨੀ ਰੂਪ ਦੇਣਾ ਚਾਹੀਦਾ ਹੈ। ਇਸ ਲਈ ਵਿਅਕਤੀਗਤ ਰਾਜਾਂ ਨੂੰ ਦੂਜੇ ਰਾਜ ਦੇ ਕਾਨੂੰਨੀ ਵਿਆਹ ਨੂੰ ਮਾਨਤਾ ਦੇਣ ਦੀ ਲੋੜ ਹੋਵੇਗੀ। ਸਮਲਿੰਗੀ ਵਿਆਹ ਦੀ ਰੱਖਿਆ ਕਰਨ ਵਾਲੇ ਫੈਡਰਲ ਕਾਨੂੰਨ ਉੱਤੇ ਵੋਟ ਪਾਉਣ ਦੇ ਲਈ ਜ਼ੋਰ ਤੇਜ਼ੀ ਨਾਲ ਉਦੋਂ ਵੱਧ ਗਿਆ ਜਦੋਂ ਜੂਨ ਵਿੱਚ ਸੁਪਰੀਮ ਕੋਰਟ ਨੇ ਆਪਣੇ ਇਤਿਹਾਸਿਕ ਰੋ ਬਨਾਮ ਵੈਡ ਫੈਸਲੇ ਨੂੰ ਉਲਟਾ ਦਿੱਤਾ। ਰਿਸਪੈਕਟ ਫॉर ਮੈਰਿਜ ਐਕਟ ਕਹੇ ਜਾਣ ਵਾਲੇ ਬਿੱਲ ਨੂੰ ਪਿਛਲੇ ਹਫ਼ਤੇ ਸੈਨੇਟ ਨੇ 61 ਦੇ ਮੁਕਾਬਲੇ 36 ਵੋਟਾਂ ਨਾਲ ਪਾਸ ਕਰ ਦਿੱਤਾ ਸੀ। ਇਸ ਬਿੱਲ ਨੂੰ ਸੈਨੇਟ ਡੈਮੋਕ੍ਰੈਟਿਕ ਕੌਕਸ ਦੇ ਸਾਰੇ ਮੈਂਬਰਾਂ ਅਤੇ 12 ਰਿਪਬਲਿਕਨਾਂ ਨੇ ਸਮਰਥਨ ਦਿੱਤਾ ਹੈ। ਜੇਕਰ ਸੁਪਰੀਮ ਕੋਰਟ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਵਾਲੇ ਆਪਣੇ 2015 ਦੇ ਓਬਰਫਿਲ ਬਨਾਮ ਹੋਜੇਸ ਦੇ ਫੈਸਲੇ ਨੂੰ ਉਲਟਾ ਸਕਦੀ ਹੈ ਤਾਂ ਇੱਕ ਰਾਜ ਅਜੇ ਵੀ ਸਮਲਿੰਗੀ ਵਿਆਹ ਉੱਤੇ ਪਾਬੰਦੀ ਲਗਾਉਣ ਦੇ ਲਈ ਇੱਕ ਕਾਨੂੰਨ ਪਾਸ ਕਰ ਸਕਦਾ ਹੈ। ਸਦਨ ਦੀ ਸਪੀਕਰ ਨੈਂਸੀ ਪੋਲੋਸੀ ਨੇ ਬੁੱਧਵਾਰ ਨੂੰ ਵਾਸ਼ਿੰਗਟਨ ਪੋਸਟ ਵਿੱਚ ਪ੍ਰਕਾਸ਼ਿਤ ਇੱਕ ਓਪ ਐਡ ਵਿੱਚ ਲਿਖਿਆ ਕਿ ਉਹ ਬਹੁਤ ਖੁਸ਼ ਹੈ ਕਿ ਉਹ ਆਖਰੀ ਬਿੱਲਾਂ ਵਿੱਚ ਇੱਕ ਬਿੱਲ ਜਿਸ ਨੂੰ ਪਾਸ ਕਰਨ ਵਿੱਚ ਮਦਦ ਕਰੇਗੀ ਜਦੋਂ ਸਪੀਕਰ ਦਾ ਅਹੁਦਾ ਸੰਭਾਲ ਰਹੀ ਹੈ। ਸੰਯੁਕਤ ਰਾਸ਼ਟਰ ਵਿੱਚ ਸਮਲਿੰਗੀ ਵਿਆਹ ਦੀ ਸੁਰੱਖਿਆ ਲਈ ਕਾਨੂੰਨ। ਨੈਂਸੀ ਨੇ ਕਿਹਾ ਕਿ ਜਿਵੇਂ ਕਿ ਮੈਂ LGBTQ ਕਮਿਊਨਿਟੀ ਲਈ ਲੜਦੇ ਹੋਏ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ, ਮੈਂ ਬਹੁਤ ਖੁਸ਼ ਹਾਂ ਕਿ ਮੈਂ ਸਪੀਕਰ ਦੇ ਤੌਰ ਉੱਤੇ ਜਿਸ ਅੰਤਿਮ ਬਿੱਲ ਉੱਤੇ ਸਾਈਨ ਕਰਾਂਗੀ ਉਹ ਮੈਰਿਜ ਐਕਟ ਲਈ ਸਨਮਾਨ ਐਕਟ ਹੋਵੇਗਾ। ਇਹ ਯਕੀਨੀ ਬਣਾਉਣਾ ਕਿ ਫੈਡਰਲ ਸਰਕਾਰ ਉਸ ਵਿਅਕਤੀ ਨਾਲ ਵਿਆਹ ਕਰਨ ਦੇ ਰਾਹ ਵਿੱਚ ਕਦੇ ਵੀ ਰੁਕਾਵਟ ਨਹੀਂ ਬਣੇਗੀ ਜਿਸ ਨਾਲ ਤੁਸੀਂ ਪਿਆਰ ਕਰਦੇ ਹੋ। ਰਾਸ਼ਟਰਪਤੀ ਜੋ ਬਾਈਡਨ ਨੇ ਪਿਛਲੇ ਹਫ਼ਤੇ ਸੈਨੇਟ ਦੇ ਵਿਆਹ ਕਾਨੂੰਨ ਦੇ ਸਨਮਾਨ ਦੀ ਪ੍ਰਸ਼ੰਸਾ ਕੀਤੀ। ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਲੱਖਾਂ ਅਮਰੀਕੀਆਂ ਲਈ ਇਹ ਕਾਨੂੰਨ ਉਹਨਾਂ ਅਧਿਕਾਰਾਂ ਅਤੇ ਸੁਰੱਖਿਆਵਾਂ ਦੀ ਰਾਖੀ ਕਰੇਗਾ ਜਿਨ੍ਹਾਂ ਦੇ LGBTQI ਅਤੇ ਅੰਤਰਜਾਤੀ ਜੋੜੇ ਅਤੇ ਉਹਨਾਂ ਦੇ ਬੱਚੇ ਹੱਕਦਾਰ ਨੇ। ਬਾਈਡਨ ਨੇ ਕਿਹਾ ਕਿ ਮੈਂ ਸਦਨ ਦੁਆਰਾ ਇਸ ਕਾਨੂੰਨ ਨੂੰ ਪਾਸ ਕਰਨ ਅਤੇ ਇਸ ਨੂੰ ਮੇਰੇ ਡੈਸਕ ਤੇ ਭੇਜਣ ਤੋਂ ਬਾਅਦ ਵਾਈਟ ਹਾਊਸ ਵਿੱਚ ਉਹਨਾਂ ਦਾ ਸਵਾਗਤ ਕਰਨ ਦੀ ਉਮੀਦ ਕਰਦਾ ਹਾਂ, ਜਿੱਥੇ ਮੈਂ ਤੁਰੰਤ ਅਤੇ ਮਾਣ ਨਾਲ ਇਸ ਨੂੰ ਕਾਨੂੰਨ ਵਿੱਚ ਦਸਤਖਤ ਕਰਾਂਗਾ। ਛੋਟੇ ਬੱਚਿਆਂ ਨੂੰ ਹੁਣ ਅਪਡੇਟਡ ਕੋਵਿਡ-19 ਵੈਕਸੀਨ ਲੱਗ ਸਕੇਗੀ। ਅਮਰੀਕਾ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਸਤੇ ਜੋ ਅਪਡੇਟਡ ਵੈਕਸੀਨ ਹੈ ਉਸ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਹੁਣ 5 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਵੀ ਇਹ ਟੀਕਾ ਲਗਾਇਆ ਜਾ ਸਕੇਗਾ। ਬੱਚਿਆਂ ਦੇ ਲਈ ਅਪਡੇਟ ਕੀਤੇ ਗਏ ਕੋਵਿਡ-19 ਟੀਕੇ ਨੂੰ ਮਿਲੀ ਮਨਜ਼ੂਰੀ। ਹੁਣ 6 ਮਹੀਨਿਆਂ ਤੋਂ ਉੱਪਰ ਬੱਚੇ ਵੀ ਹੋਣਗੇ ਸੁਰੱਖਿਅਤ। US ਨੇ ਵੀਰਵਾਰ ਨੂੰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਅਪਡੇਟ ਕੀਤੇ ਕੋਵਿਡ-19 ਟੀਕਿਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਫੈਸਲੇ ਦਾ ਉਦੇਸ਼ ਛੋਟੇ ਬੱਚਿਆਂ ਨੂੰ ਗੰਭੀਰ ਕੋਵਿਡ-19 ਤੋਂ ਅਜਿਹੇ ਸਮੇਂ ਵਿੱਚ ਬਿਹਤਰ ਢੰਗ ਨਾਲ ਸੁਰੱਖਿਅਤ ਕਰਨਾ ਹੈ ਜਦੋਂ ਬੱਚਿਆਂ ਦੇ ਹਸਪਤਾਲ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਸਾਹ ਦੀਆਂ ਬਿਮਾਰੀਆਂ ਤੋਂ ਪੀੜਿਤ ਬੱਚਿਆਂ ਨਾਲ ਭਰੇ ਹੋਏ ਨੇ। ਮੋਡੇਰਨਾ ਅਤੇ ਫਾਈਜ਼ਰ ਦੁਆਰਾ ਬਣਾਏ ਗਏ ਬੂਸਟਰ ਸ਼ਾਟ ਪਹਿਲਾਂ ਹੀ 5 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਅਵੇਲੇਬਲ ਸਨ। FDA ਨੇ ਹੁਣ 6 ਮਹੀਨਿਆਂ ਦੀ ਉਮਰ ਤੋਂ ਸ਼ੁਰੂ ਹੋਣ ਵਾਲੇ ਟੋਟਸ ਵਿੱਚ ਉਹਨਾਂ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਪਰ ਸਿਰਫ ਇਸ ਗੱਲ ਤੇ ਡਿਪੈਂਡ ਕਰਦਾ ਹੈ ਕਿ ਕੌਣ ਯੋਗ ਹੈ, ਉਹਨਾਂ ਕੋਲ ਪਹਿਲਾਂ ਤੋਂ ਕਿਹੜੇ ਟੀਕੇ ਲੱਗ ਚੁੱਕੇ ਨੇ ਅਤੇ ਕਿਸ ਕਿਸਮ ਦੇ। ਜੂਨ ਵਿੱਚ ਸਭ ਤੋਂ ਛੋਟੇ ਬੱਚਿਆਂ ਦੇ ਲਈ ਸ਼ਾਟ ਸ਼ੁਰੂ ਹੋਣ ਤੋਂ ਬਾਅਦ ਬਹੁਤ ਘੱਟ ਨੌਜਵਾਨਾਂ ਨੇ ਪੂਰੀ ਪ੍ਰਾਇਮਰੀ ਸੀਰੀਜ਼ ਹਾਸਲ ਕੀਤੀ ਹੈ। FDA ਨੇ ਫੈਸਲਾ ਲਿਆ ਹੈ ਕਿ 6 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਨ੍ਹਾਂ ਨੇ ਪਹਿਲਾਂ ਹੀ ਮੋਡਰਨਾ ਦੇ ਕੋਵਿਡ-19 ਵੈਕਸੀਨ ਦੀਆਂ 2 ਮੂਲ ਖੁਰਾਕਾਂ ਪ੍ਰਾਪਤ ਕਰ ਲਈਆਂ ਨੇ, ਉਹ ਹੁਣ ਮੋਡਰਨਾ ਦੇ ਅਪਡੇਟ ਕੀਤੇ ਫਾਰਮੂਲੇ ਦਾ ਇੱਕ ਸਿੰਗਲ ਬੂਸਟਰ ਡੋਜ਼ ਪ੍ਰਾਪਤ ਕਰ ਸਕਦੇ ਨੇ ਜੇਕਰ ਉਹਨਾਂ ਦੇ ਆਖਰੀ ਸ਼ਾਟ ਤੋਂ ਘੱਟੋ-ਘੱਟ 2 ਮਹੀਨੇ ਹੋ ਚੁੱਕੇ ਨੇ। ਫਾਈਜ਼ਰ ਦੀ ਵੈਕਸੀਨ ਨੂੰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 3 ਸ਼ੁਰੂਆਤੀ ਖੁਰਾਕਾਂ ਦੀ ਲੋੜ ਹੁੰਦੀ ਹੈ ਅਤੇ ਜਿਨ੍ਹਾਂ ਨੇ ਟੀਕਾਕਰਨ ਲੜੀ ਨੂੰ ਪੂਰਾ ਨਹੀਂ ਕੀਤਾ ਉਹਨਾਂ ਨੂੰ ਪਹਿਲੇ 2 ਸ਼ਾਟਸ ਲਈ ਅਸਲ ਫਾਰਮੂਲਾ ਅਤੇ ਉਹਨਾਂ ਦੇ ਤੀਜੇ ਸ਼ਾਟ ਦੇ ਲਈ ਓਮਿਕਰੋਨ ਟਾਰਗੇਟਡ ਵਰਜ਼ਨ ਮਿਲੇਗਾ। 5 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਨ੍ਹਾਂ ਨੂੰ ਪਹਿਲਾਂ ਹੀ ਫਾਈਜ਼ਰ ਦੀਆਂ ਤਿੰਨੋਂ ਖੁਰਾਕਾਂ ਮਿਲ ਚੁੱਕੀਆਂ ਨੇ ਅਜੇ ਤੱਕ ਅਪਡੇਟ ਕੀਤੇ ਬੂਸਟਰ ਲਈ ਯੋਗ ਨਹੀਂ ਨੇ। ਅਗਲੇ ਮਹੀਨੇ ਹੋਣ ਵਾਲੇ ਡਾਟਾ ਨੂੰ FDA ਨੂੰ ਇਹ ਨਿਰਧਾਰਿਤ ਕਰਨ ਵਿੱਚ ਮਦਦ ਮਿਲੇਗੀ ਕਿ ਉਹ ਕਦੋਂ ਉਹਨਾਂ ਨੂੰ ਟੋਟਸ ਨੂੰ ਓਮਿਕਰੋਨ ਬੂਸਟਰ ਡੋਜ਼ ਮਿਲ ਪਾਏਗਾ। CDC ਦੇ ਅਨੁਸਾਰ 2 ਤੋਂ ਘੱਟ ਉਮਰ ਦੇ ਸਿਰਫ 3% ਅਤੇ 2 ਤੋਂ 4 ਦੇ ਲਗਭਗ ਸਿਰਫ 5% ਲੋਕਾਂ ਨੇ ਹੀ ਆਪਣੀ ਪ੍ਰਾਇਮਰੀ ਖੁਰਾਕਾਂ ਪ੍ਰਾਪਤ ਕੀਤੀਆਂ ਨੇ। FDA ਵੈਕਸੀਨ ਦੇ ਮੁਖੀ ਡਾਕਟਰ ਪੀਟਰ ਮਾਰਕਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੌਜੂਦਾ ਤੌਰ ਉੱਤੇ ਪ੍ਰਸਾਰਿਤ ਓਮਿਕਰੋਨ ਵੇਰੀਐਂਟ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਸਭ ਤੋਂ ਵਿਨਾਸ਼ਕਾਰੀ ਨਤੀਜਿਆਂ ਦੇ ਵਿਰੁੱਧ ਵੈਕਸੀਨਾਂ ਹੀ ਸਭ ਤੋਂ ਵਧੀਆ
ਬਚਾਓ ਹਨ। ਅਮਰੀਕਾ ਵਿੱਚ ਇਸ ਸਮੇਂ ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਤਾਜ਼ਾ ਅਪਡੇਟ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਮੌਜੂਦਾ ਸਮੇਂ ਕਿਹੜੇ ਸੂਬੇ ਤੋਂ ਕਿੰਨੇ ਮਾਮਲੇ ਸਾਹਮਣੇ ਆ ਰਹੇ ਨੇ। ਦੱਸ ਦਈਏ ਕਿ ਪਹਿਲਾਂ ਦੇ ਮੁਕਾਬਲੇ ਅਮਰੀਕਾ ਵਿੱਚ ਮੌਂਕੀਪੌਕਸ ਦੇ ਜੋ ਕੇਸਿਸ ਨੇ ਉਹ ਕਾਫੀ ਘਟ ਚੁੱਕੇ ਹਨ। ਅਮਰੀਕਾ ਵਿੱਚ ਇਸ ਸਮੇਂ ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ। ਪਹਿਲਾਂ ਦੇ ਮੁਕਾਬਲੇ ਮੌਂਕੀਪੌਕਸ ਵਾਇਰਸ ਦੇ ਮਾਮਲੇ ਕਾਫੀ ਹੱਦ ਤੱਕ ਘੱਟ ਦਰਜ ਕੀਤੇ ਜਾ ਰਹੇ ਨੇ। ਹੁਣ ਵੱਖ-ਵੱਖ ਸਟੇਟਸ ਬਾਰੇ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਹੁਣ ਤੱਕ ਕਿੰਨੇ ਇਹਨਾਂ ਸੂਬਿਆਂ ਵਿੱਚ ਕੁੱਲ ਮੌਂਕੀਪੌਕਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਡਿਸਟ੍ਰਿਕਟ ਆਫ ਕੋਲੰਬੀਆ 497, ਨਿਊਯਾਰਕ 3948, ਜਾਰਜੀਆ 1815, ਕੈਲੀਫੋਰਨੀਆ 5010, ਫਲੋਰੀਡਾ 2543, ਮੈਰੀਲੈਂਡ 662, ਇਲੀਨੋਇਸ 1315, नेवाडा 267, टेक्सास 2372, न्यू जर्सी 720, वाशिंगटन 600, रोड आइलैंड 74, एरिजोना 474, पेंसिल्वेनिया 773, मैसाचुसेट्स 402, पोर्टोरिको 183, वर्जीनिया 484, लुजियाना 254, नॉर्थ कैरोलिना 566, ऑरिगन 216, यूटा 161, कोलोराडो 278, टेनेसी 309, मिनीसोटा 202, इंडियाना 234, साउथ कैरोलिना 172, मिसिसिपी 87, मिशिगन 266, अलाबामा 130, हायो 281, हवाई 34, न्यू हैम्पशायर 30, न्यू मैक्सिको 42, अरकानसास 59, नेब्रास्का 30, विस्कॉन्सिन 76, केंटुकी 56, ओक्लाहोमा 43, नॉर्थ डकोटा 6, वायोमिंग 4, अलास्का 5, वेस्ट वर्जीनिया 12, मोंटाना 6, कैंसस 14, वेरमोंट 3, ਸਾਊਥ ਡਕੋਟਾ ਤੋਂ 2 ਮੌਂਕੀਪੌਕਸ ਵਾਇਰਸ ਦੇ ਹੁਣ ਤੱਕ ਮਾਮਲੇ ਦਰਜ ਕੀਤੇ ਜਾ ਰਹੇ ਨੇ। ਇਸ ਬਾਰੇ ਸੀਡੀਸੀ ਵੱਲੋਂ ਸਾਰੀ ਅਪਡੇਟ ਜਾਰੀ ਕੀਤੀ ਗਈ ਹੈ। ਇਹ ਸਨ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਅਮਰੀਕਾ ਤੋਂ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।